अस्सलाम वालेकुम। प्रोग्राम रैली ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਨਾਜ਼ਰੀਨ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਹੋਰਾਂ ਨੇ ਜ਼ਰਾਅਤ ਦੀ ਤਰੱਕੀ ਵਾਸਤੇ ਕੌਮੀ ਮਨਸੂਬੇ ਦਾ ਐਲਾਨ ਕੀਤਾ ਹੈ ਔਰ ਇਹ ਜਿਹੜਾ ਮਨਸੂਬਾ ਇਹਦੇ ਤਹਿਤ 300 ਅਰਬ ਰੁਪਏ ਮੁਖਤਸ ਕੀਤੇ ਗਏ ਨੇ, ਜਿਹਦੇ ਤਹਿਤ ਮੁਖਤਲਿਫ ਜਿਹੜੀ ਫਸਲਾਂ ਨੇ ਉਹਦੀ ਪੈਦਾਵਾਰ 'ਚ ਇਜ਼ਾਫੇ ਦੇ ਵਿੱਚ ਮਦਦ ਮਿਲੇਗੀ। ਅੱਜ ਅਸੀਂ ਗੰਦਮ ਦੀ ਪੈਦਾਵਾਰ 'ਚ ਇਜ਼ਾਫੇ ਵਿੱਚ ਕੌਮੀ ਪ੍ਰੋਗਰਾਮ ਜਿਹੜਾ ਹੈ ਇਹਦੇ ਬਾਰੇ ਗੱਲ ਕਰਾਂਗੇ ਕਿ ਇਸ ਕੌਮੀ ਪ੍ਰੋਗਰਾਮ ਦੇ ਨਾਲ ਸਾਡੀ ਗੰਦਮ ਦੀ ਪੈਦਾਵਾਰ 'ਚ ਕਿਵੇਂ ਕਿਵੇਂ ਇਜ਼ਾਫਾ ਹੋਏਗਾ। ਆਓ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਡਾਕਟਰ ਮੁਹੰਮਦ ਅਸਲਮ ਸਾਹਿਬ, ਤੁਸੀਂ ਮਾਸ਼ਾਅੱਲਾ ਪ੍ਰੋਜੈਕਟ ਡਾਇਰੈਕਟਰ ਹੋ ਗੰਦਮ ਦੇ। ਇਹ ਇਰਸ਼ਾਦ ਫਰਮਾਓ ਕਿ ਵਜ਼ੀਰ ਆਜ਼ਮ ਦਾ ਜਿਹੜਾ ਪ੍ਰੋਗਰਾਮ ਹੈ ਐਮਰਜੈਂਸੀ ਪ੍ਰੋਗਰਾਮ, ਇਹਦੇ ਤਹਿਤ ਇਹਦੀ ਜ਼ਰੂਰਤ ਕਿਉਂ ਪੇਸ਼ ਆਈ ਔਰ ਇਹ ਪ੍ਰੋਗਰਾਮ ਹੈ ਕੀ ਹੈ? ਸਾਡੇ ਨਾਜ਼ਰੀਨ ਨੂੰ ਜ਼ਰਾ ਤਫਸੀਲ ਦੇ ਨਾਲ ਦੱਸੋ। ਵਜ਼ੀਰ ਆਜ਼ਮ ਪਾਕਿਸਤਾਨ ਦੇ ਹੁਕਮ ਦੇ ਤਹਿਤ ਵਜ਼ੀਰ ਆਜ਼ਮ ਦੀ ਜ਼ਰਈ ਟਾਸਕ ਫੋਰਸ ਨੇ ਜ਼ਰਈ ਸ਼ੋਬੇ ਦੀ ਤਰੱਕੀ ਦੇ ਸਾਹਮਣੇ ਜਿਹੜੀ ਰੁਕਾਵਟਾਂ ਆ ਰਹੀਆਂ ਸਨ, ਜਿਹੜੇ ਮਸਾਇਲ ਸਨ, ਉਹਨਾਂ ਦੇ ਬਾਰੇ ਔਰ ਉਹਨਾਂ ਦੇ ਹੱਲ ਦੇ ਬਾਰੇ ਬੜੀ ਗਹਿਰਾਈ ਨਾਲ ਉਸ 'ਤੇ ਗੌਰ ਖੋਜ਼ ਕਰਕੇ ਅਤੇ ਉਹਦੀ ਸਿਫਾਰਸ਼ਾਤ ਮੁਰਤਬ ਕਰਕੇ ਉਹਨਾਂ ਨੇ ਵਜ਼ੀਰ ਆਜ਼ਮ ਨੂੰ 30 ਅਕਤੂਬਰ ਨੂੰ ਪੇਸ਼ ਕੀਤੀਆਂ। ਵਜ਼ੀਰ ਆਜ਼ਮ ਨੇ ਇਹਨਾਂ ਸਿਫਾਰਸ਼ਾਤ 'ਤੇ ਅਮਲ ਕਰਨ ਲਈ ਸੈਕਟਰੀ ਮਿਨਿਸਟਰੀ ਆਫ ਫੂਡ ਸਿਕਿਉਰਿਟੀ ਨੂੰ ਹੁਕਮ ਦਿੱਤਾ ਕਿ ਇਹਨਾਂ ਸਿਫਾਰਸ਼ਾਤ 'ਤੇ ਅਮਲ ਕਰਕੇ ਔਰ ਇਹਦੇ ਬਾਰੇ ਪੂਰਾ ਇੱਕ ਪਲਾਨ ਬਣਾਇਆ ਜਾਵੇ ਕਿ ਤਾਂ ਕਿ ਜ਼ਰਈ ਸ਼ੋਬੇ ਦੀ ਤਰੱਕੀ ਲਈ ਇਹਨਾਂ ਸਿਫਾਰਸ਼ਾਤ 'ਤੇ ਅਮਲ ਕਰਕੇ ਇੱਕ ਹਕਮਤ ਅਮਲੀ ਤਿਆਰ ਕਰਕੇ ਅਤੇ ਮੁਲਕ ਦੇ ਲਈ ਜ਼ਰਈ ਤਰੱਕੀ ਦੀ ਬਿਹਤਰੀ ਲਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਕੋਈ ਪਲਾਨ ਤਿਆਰ ਕੀਤਾ ਜਾਵੇ। ਸੈਕਟਰੀ ਫੂਡ ਸਿਕਿਉਰਿਟੀ ਨੇ ਸਾਰੇ ਸੂਬਿਆਂ ਦੇ ਸੈਕਟਰੀਜ਼ ਨਾਲ, ਡਾਇਰੈਕਟਰ ਜਨਰਲ ਨਾਲ ਲਗਾਤਾਰ ਮੀਟਿੰਗਾਂ ਕਰਕੇ ਅਤੇ ਇਹ ਸਾਰਾ ਪਲਾਨ ਤਿਆਰ ਕੀਤਾ ਗਿਆ, ਜਿਹਦੇ ਤਹਿਤ ਜ਼ਰਈ ਪੈਦਾਵਾਰ बढ़ाਉਣ ਲਈ ਕੌਮੀ ਮਨਸੂਬਾ ਬਰਾਏ ਪੈਦਾਵਾਰ ਗੰਦਮ, ਕੌਮੀ ਮਨਸੂਬਾ ਬਰਾਏ ਇਜ਼ਾਫਾ ਪੈਦਾਵਾਰ ਚਾਵਲ, ਕਮਾਦ ਔਰ ਤੇਲਦਾਰ ਅਜਨਾਸ ਦੇ ਇਜ਼ਾਫੇ ਲਈ ਕੌਮੀ ਮਨਸੂਬੇ ਤਿਆਰ ਕੀਤੇ ਗਏ, ਜਿਹਦੇ ਵਿੱਚੋਂ ਇਹ ਗੰਦਮ ਦਾ ਕੌਮੀ ਮਨਸੂਬਾ ਜਿਹਦਾ ਪੰਜਾਬ ਵਿੱਚ ਵੀ ਚੱਲ ਰਿਹਾ ਔਰ 12.5 ਅਰਬ ਰੁਪਏ ਦਾ ਮਨਸੂਬਾ ਹੈ ਜਿਹੜਾ ਗੰਦਮ ਦੇ ਪੈਦਾਵਾਰ ਦੇ ਇਜ਼ਾਫੇ ਲਈ। ਇਹ ਵਜ਼ੀਰ ਆਜ਼ਮ ਦੇ ਵਿਜ਼ਨ ਦੇ ਤਹਿਤ, ਉਹਦੇ ਹੁਕਮ ਦੇ ਤਹਿਤ ਇਹ ਮਨਸੂਬਾ ਤਿਆਰ ਕੀਤਾ ਗਿਆ ਹੈ ਤਾਂ ਕਿ ਫੀ ਏਕੜ ਗੰਦਮ ਦੀ ਪੈਦਾਵਾਰ ਵਿੱਚ ਇਜ਼ਾਫਾ ਕਰਕੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਨੂੰ ਕਮ ਕੀਤਾ ਜਾਵੇ, ਕਾਸ਼ਤਕਾਰਾਂ ਦੀ ਆਮਦਨੀ 'ਚ ਇਜ਼ਾਫਾ ਕੀਤਾ ਜਾਵੇ ਔਰ ਇਸ ਤਰ੍ਹਾਂ ਮੁਲਕ ਦੇ ਲਈ ਗੰਦਮ ਵਾਫਰ ਮਿਕਦਾਰ 'ਚ ਹੋਵੇ, ਸਾਡੀ ਗਜ਼ਾਈ ਜ਼ਰੂਰੀਆਤ ਪੂਰੀਆਂ ਹੋਣ, ਗਜ਼ਾਈ ਤਹਫਜ਼ ਲਈ, ਮੁਲਕ ਦੀ ਖੁਸ਼ਹਾਲੀ ਲਈ ਔਰ ਸਾਡੀ ਮੁਈਸ਼ਤ ਨੂੰ ਬਿਹਤਰ ਕਰਨ ਲਈ ਔਰ ਕਾਸ਼ਤਕਾਰਾਂ ਦੀ ਆਮਦਨੀ 'ਚ ਇਜ਼ਾਫੇ ਲਈ ਔਰ ਕਾਸ਼ਤਕਾਰਾਂ ਦੀ ਖੁਸ਼ਹਾਲੀ ਲਈ ਇਹ ਮਨਸੂਬਾ ਤਿਆਰ ਕੀਤਾ ਗਿਆ ਹੈ। ਲਿਹਾਜ਼ਾ ਇਹ ਮਨਸੂਬਾ ਸਾਰੇ ਪਾਕਿਸਤਾਨ ਵਿੱਚ, ਸਾਰੇ ਸੂਬਿਆਂ 'ਚ ਔਰ ਇਸੇ ਤਰ੍ਹਾਂ ਸੂਬਾ ਪੰਜਾਬ ਵਿੱਚ ਵੀ ਇਹ ਮਨਸੂਬਾ ਚੱਲ ਰਿਹਾ ਹੈ ਔਰ ਇਨਸ਼ਾਅੱਲਾ ਇਹਦੇ ਨਾਲ ਗੰਦਮ ਦੀ ਪੈਦਾਵਾਰ ਵਿੱਚ ਫੀ ਏਕੜ ਇਜ਼ਾਫਾ ਹੋਏਗਾ ਔਰ ਅਸਾਂ ਗੰਦਮ ਦੇ ਲਈ ਖੁਰਾਕ ਲਈ ਖੁਸ਼ਹਾਲ ਹੋਵਾਂਗੇ ਔਰ ਸਾਨੂੰ ਬਾਹਰੋਂ ਗੰਦਮ ਨਹੀਂ ਮੰਗਾਉਣੀ ਪੈਗੀ ਔਰ ਸਾਡਾ ਮੁਲਕ ਔਰ ਮੀਸ਼ਤ ਮੁਸਤਹਕਮ ਹੋਏਗੀ। ਅੱਛਾ ਡਾਕਟਰ ਸਾਹਿਬ, ਗੰਦਮ ਦੇ ਇਜ਼ਾਫੇ ਦੇ ਵਿੱਚ ਇਹ ਜਿਹੜਾ ਕੌਮੀ ਮਨਸੂਬਾ ਹੈ ਇਹਦਾ ਕੀ ਕਿਰਦਾਰ ਹੋਏਗਾ? ਗੰਦਮ ਦੀ ਪੈਦਾਵਾਰ ਦੇ ਇਜ਼ਾਫੇ ਲਈ ਕੌਮੀ ਮਨਸੂਬਾ 12.5 ਅਰਬ ਰੁਪਏ ਦਾ ਵਜ਼ੀਰ ਆਜ਼ਮ ਪਾਕਿਸਤਾਨ ਦੇ ਹੁਕਮ ਦੇ ਤਹਿਤ ਤਿਆਰ ਕੀਤਾ ਗਿਆ ਹੈ। ਇਹ ਮਨਸੂਬਾ 12.5 ਅਰਬ ਰੁਪਏ ਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਚੱਲ ਰਿਹਾ ਹੈ ਔਰ ਇਹਦੇ ਵਿੱਚ 9.5 ਅਰਬ ਰੁਪਏ ਪੰਜਾਬ ਦਾ ਹਿੱਸਾ ਹੈ ਅਤੇ 3 ਅਰਬ ਰੁਪਏ ਇਹ ਪਾਕਿਸਤਾਨ ਦਾ ਹਿੱਸਾ ਹੈ ਸਾਰੇ ਫੰਡ ਦੇ ਵਿੱਚ। ਔਰ ਇਸ ਮਨਸੂਬੇ ਦੇ ਤਹਿਤ ਅਸਾਂ ਕਾਸ਼ਤਕਾਰਾਂ ਨੂੰ ਫੀ ਏਕੜ ਪੈਦਾਵਾਰ ਦੇ ਇਜ਼ਾਫੇ ਲਈ ਉਹਨਾਂ ਨੂੰ ਗੰਦਮ ਦੇ ਤਸਦੀਕਸ਼ੁਦਾ ਬਿਮਾਰੀਆਂ ਤੋਂ ਪਾਕ ਬੀਜ ਦੇ ਰਹੇ ਹਾਂ। ਇਸ ਤੋਂ ਇਲਾਵਾ ਉਹਨਾਂ ਨੂੰ ਅਸਾਂ ਜ਼ਰਈ ਮਸ਼ੀਨਰੀ ਦੇ ਰਹੇ ਹਾਂ ਔਰ ਇਸ ਤੋਂ ਇਲਾਵਾ ਅਸਾਂ ਕਾਸ਼ਤਕਾਰਾਂ ਨੂੰ ਜੜੀ ਬੂਟੀ ਮਾਰ ਅਦਵਿਆਤ ਰਿਆਇਤੀ ਕੀਮਤ 'ਤੇ ਦੇ ਰਹੇ ਹਾਂ। ਇਲਾਵਾ ਅਸੀਂ ਕਾਸ਼ਤਕਾਰਾਂ ਦੇ ਲਈ ਨਮੈਸ਼ੀ ਪਲਾਟ ਲਾ ਕੇ ਉਹਨਾਂ ਨੂੰ ਅਸਾਂ ਇਹਦੇ ਨਈ ਟੈਕਨੋਲੋਜੀ, ਜਦੀਦ ਮਾਲੂਮਾਤ ਔਰ ਬੈਲੈਂਸ ਫਰਟੀਲਾਈਜ਼ਰ ਦਾ ਇਸਤੇਮਾਲ ਕਰਕੇ ਅੱਛੀ ਪੈਦਾਵਾਰ ਕਾਸ਼ਤਕਾਰਾਂ ਨੂੰ ਦਿਖਾਵਾਂਗੇ ਔਰ ਉਹਦੇ ਆਪਣੇ ਨਮੈਸ਼ੀ ਪਲਾਟ ਦੇ ਵਿੱਚ ਕਾਸ਼ਤਕਾਰ ਦਾ ਇਕੱਠ ਕਰਕੇ ਬਾਕੀ ਕਾਸ਼ਤਕਾਰਾਂ ਨੂੰ ਵੀ ਅਸਾਂ ਦਿਖਾਵਾਂਗੇ ਔਰ ਉਹਨੂੰ ਉਸ ਸਿਫਾਰਸ਼ਾਂ ਨੂੰ ਵੇਖ ਕੇ ਉਹ ਵੀ ਅਮਲ ਕਰਨਗੇ ਅਤੇ ਅਗਲੇ ਸਾਲ ਉਹਨਾਂ ਦੀ ਪੈਦਾਵਾਰ ਵੀ ਬਿਹਤਰ ਹੋਏਗੀ। ਡਾਕਟਰ ਸਾਹਿਬ, ਇਹ ਇਰਸ਼ਾਦ ਫਰਮਾਓ ਕਿ ਗੰਦਮ ਦੀ ਪੈਦਾਵਾਰ 'ਚ ਇਜ਼ਾਫੇ ਵਾਸਤੇ ਇਸ ਕੌਮੀ ਮਨਸੂਬੇ ਦੇ ਤਹਿਤ ਕਿਹੜੀ ਕਿਹੜੀ ਸਹੂਲਤਾਂ ਦਿੱਤੀ ਜਾ ਰਹੀਆਂ? ਗੰਦਮ ਦੀ ਪੈਦਾਵਾਰ ਦੇ ਇਜ਼ਾਫੇ ਲਈ ਇਸ ਕੌਮੀ ਮਨਸੂਬਾ ਦੇ ਤਹਿਤ ਅਸਾਂ ਕਾਸ਼ਤਕਾਰਾਂ ਨੂੰ ਤਸਦੀਕਸ਼ੁਦਾ ਔਰ ਬਿਮਾਰੀਆਂ ਤੋਂ ਪਾਕ ਗੰਦਮ ਦਾ ਬੀਜ ਦੇ ਰਹੇ ਹਾਂ ਔਰ ਇਹ ਬੀਜ ਉਹਨਾਂ ਨੂੰ ਰਿਆਇਤੀ ਕੀਮਤ 'ਤੇ ਦੇ ਰਹੇ ਹਾਂ।
ਇਸ ਤੋਂ ਇਲਾਵਾ ਅਸਾਂ ਮਸ਼ੀਨਰੀ ਕਾਸ਼ਤ ਲਈ ਔਰ ਗੰਦਮ ਨੂੰ ਬਰ ਵਕਤ ਕਾਸ਼ਤ ਲਈ ਕਾਸ਼ਤਕਾਰਾਂ ਨੂੰ ਅਸਾਂ ਜਦੀਦ ਮਸ਼ੀਨਰੀ ਦੇ ਰਹੇ ਹਾਂ, ਡਰਿਲਾਂ ਦੇ ਰਹੇ ਹਾਂ ਔਰ ਇਹਦੇ ਨਾਲ ਉਹ ਵਕਤ ਤੇ ਕਾਸ਼ ਕਰਨਗੇ। ਇਲਾਵਾ ਜੀ ਅਸਾਂ ਕਾਸ਼ਤਕਾਰਾਂ ਨੂੰ ਜੜੀ ਬੂਟੀ ਮਾਰ ਅਦਵਿਆਤ ਵੀ ਰਿਆਇਤੀ ਕੀਮਤ ਤੇ ਦੇ ਰਹੇ ਹਾਂ। ਇਸ ਤੋਂ ਇਲਾਵਾ ਜਿਹੜਾ ਰਸਟ ਦਾ ਜਾਂ ਕੁੰਗੀ ਦਾ ਹਮਲਾ ਹੁੰਦਾ, ਇਸ ਸਾਲ ਅਸਾਂ ਕਾਸ਼ਤਕਾਰਾਂ ਨੂੰ ਕੁੰਗੀ ਨੂੰ ਕੰਟਰੋਲ ਕਰਨ ਲਈ ਫੰਜੀਸਾਈਡ ਵੀ ਰਸਟੀਸਾਈਡ ਵੀ ਦੇ ਰਹੇ ਹਾਂ ਰਿਆਇਤੀ ਕੀਮਤ ਤੇ। ਇਸ ਤੋਂ ਇਲਾਵਾ ਕਾਸ਼ਤਕਾਰਾਂ ਦੇ ਖੇਤ ਤੇ ਨਮਾਇਸ਼ੀ ਪਲਾਟ ਲਾਉਣ ਲਈ ਉਹਨਾਂ ਨੂੰ 11,000 ਰੁਪਏ ਦੇ ਰਹੇ ਹਾਂ। ਇਸ ਤੋਂ ਇਲਾਵਾ ਅਸਾਂ ਬੜੇ ਬੜੇ ਮੈਗਾ ਗੈਦਰਿੰਗ ਕਰਾਂਗੇ, ਕਾਸ਼ਤਕਾਰਾਂ ਦੇ ਇਕੱਠ ਕਰਾਂਗੇ, ਇਤਮਾਹ ਕਰਕੇ ਉਹਨਾਂ ਨੂੰ ਜਦੀਦ ਟੈਕਨੋਲੋਜੀ ਦਿੱਤੀ ਜਾਏਗੀ, ਉਹਨਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਜਾਣਗੀਆਂ। ਡਾਕਟਰ ਸਾਹਿਬ ਅਸੀਂ ਸੁਣਦੇ ਹਾਂ ਕਿ ਕੋਈ ਨਮਾਇਸ਼ੀ ਪਲਾਟ ਬਣਾਏ ਜਾਣਗੇ ਔਰ ਗੰਦਮ ਦੀ ਕਾਸ਼ਤ ਦੀ ਪੈਦਾਵਾਰ 'ਚ ਇਜ਼ਾਫੇ ਵਾਸਤੇ, ਤੇ ਇਹਦੇ ਵਾਸਤੇ ਤੁਸੀਂ ਕਾਸ਼ਤਕਾਰਾਂ ਨੂੰ ਕੀ ਸਹੂਲਤਾਂ ਦੇ ਰਹੇ ਹੋ? ਪਿਛਲੇ ਸਾਲ ਅਸਾਂ ਇਸੇ ਮਨਸੂਬੇ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ 3000 ਨਮਾਇਸ਼ੀ ਪਲਾਟ ਲਾਏ ਸੀ ਔਰ ਉਹਦੇ ਤਹਿਤ ਕਾਸ਼ਤਕਾਰਾਂ ਨੂੰ ਹਰ ਯੂਨੀਅਨ ਕੌਂਸਲ ਦੇ ਇੱਕ ਨਮਾਇਸ਼ੀ ਪਲਾਟ ਲਾਇਆ ਸੀ ਔਰ ਜਿਹੜੇ ਉਹਨਾਂ ਕਾਸ਼ਤਕਾਰਾਂ ਨੂੰ 11,000 ਰੁਪਏ ਅਸਾਂ ਖਾਦ ਬੀਜ ਦਵਾਈ ਔਰ ਬਾਕੀ ਚੀਜ਼ਾਂ ਲਈ ਅਸਾਂ ਉਹਨਾਂ ਨੂੰ ਕਾਸ਼ਤਕਾਰਾਂ ਨੂੰ 11,000 ਰੁਪਏ ਫੀ ਪਲਾਟ ਦਿੱਤਾ ਹੈ। ਔਰ ਉਹ ਉਹਨਾਂ ਪਲਾਟਾਂ ਦੇ ਉੱਤੇ ਅਸਾਂ ਪੂਰੇ ਮੇਨ ਰੋਡ ਤੇ ਲਾਏ ਸੀ ਔਰ ਉੱਥੇ ਬਾਕੀ ਕਾਸ਼ਤਕਾਰਾਂ ਨੂੰ ਇਕੱਠ ਕਰਕੇ ਤੇ ਅਸਾਂ ਸਾਰੇ ਉਹਦੇ ਰਿਜ਼ਲਟ ਦਿਖਾਏ ਤਾਂ ਕਿ ਉਹ ਵੇਖ ਲੈਣ ਕਿ ਆਮ ਕਾਸ਼ਤਕਾਰ ਦੀ ਫਸਲ ਵਿੱਚ ਕੀ ਹਾਲਤ ਹੈ, ਕਿੰਨੀ ਪੈਦਾਵਾਰ ਆਏਗੀ। ਔਰ ਜਿਹੜੇ ਇਹ ਨਮਾਇਸ਼ੀ ਪਲਾਟ ਲੱਗੇ ਨੇ ਜਿਹਦੇ 'ਚ ਬਰ ਵਕਤ ਇਹਨੂੰ ਕਾਸ਼ ਕੀਤਾ ਗਿਆ, ਉਹਦੇ 'ਚ ਤਸਦੀਕਸ਼ੁਦਾ ਬੀ ਪਾਇਆ ਗਿਆ, ਉਹਦੇ 'ਚ ਮੁਤਨਾਸਬ ਖਾਦਾਂ ਪਾਈਆਂ ਨੇ। ਇਸ ਤੋਂ ਇਲਾਵਾ ਜੜੀ ਬੂਟੀ ਮਾਰ ਅਦਵਿਆਤ ਨਾਲ ਜੜੀ ਬੂਟੀਆਂ ਕੰਟਰੋਲ ਕੀਤੀਆਂ ਨੇ, ਬਰ ਵਕਤ ਪਾਣੀ ਲਾਇਆ ਔਰ ਇਸ ਤਰੀਕੇ ਨਾਲ ਉਹਦੀ ਪੈਦਾਵਾਰ ਬਾਕੀ ਖੇਤਾਂ ਨਾਲੋਂ ਬਹੁਤ ਅੱਛੀ ਨਜ਼ਰ ਆ ਰਹੀ ਹੋਏਗੀ। ਔਰ ਬਾਕੀ ਕਾਸ਼ਤਕਾਰਾਂ ਨੂੰ ਜਦੋਂ ਅਸਾਂ ਦਿਖਾਇਆ, ਉਹਨਾਂ ਨੇ ਵੇਖ ਕੇ ਉਹਨਾਂ ਨੇ ਅਗਲੇ ਸਾਲ ਆਪਣੀ ਖੇਤਾਂ 'ਤੇ ਉਸੇ ਤਰ੍ਹਾਂ ਦੀ ਟੈਕਨੋਲੋਜੀ 'ਤੇ ਅਮਲ ਕਰਕੇ ਬਿਹਤਰ ਪੈਦਾਵਾਰ ਲੈਣਗੇ ਇਨਸ਼ਾਅੱਲਾ। ਔਰ ਇਸ ਸਾਲ ਵੀ ਅਸਾਂ 1000 ਨਮਾਇਸ਼ੀ ਪਲਾਟ ਲਗਾ ਰਹੇ ਪੂਰੇ ਪੰਜਾਬ ਵਿੱਚ ਔਰ ਇਨਸ਼ਾਅੱਲਾ ਜਿਹੜੇ ਨਾਲ ਦੇ ਕਾਸ਼ਤਕਾਰਾਂ ਨੂੰ ਉਸ ਯੂਨੀਅਨ ਕੌਂਸਲ ਦੇ ਉਸ ਤਹਿਸੀਲ ਦੇ ਕਾਸ਼ਤਕਾਰਾਂ ਨੂੰ ਉਹਦੇ ਰਿਜ਼ਲਟ ਦਿਖਾਵਾਂਗੇ ਔਰ ਅਗਲੇ ਸਾਲ ਉਹ ਵੀ ਆਪਣੀ ਪੈਦਾਵਾਰ ਨੂੰ ਇਸੇ ਤਰ੍ਹਾਂ ਬਿਹਤਰ ਕਰਨਗੇ। ਅੱਛਾ ਡਾਕਟਰ ਸਾਹਿਬ ਇਹ ਫਰਮਾਓ ਕਿ ਇਹ ਜਿਹੜਾ ਕੌਮੀ ਮਨਸੂਬਾ ਹੈ ਇਹਦੇ ਤਹਿਤ ਮੁਖਤਲਿਫ ਫਸਲਾਂ ਦੇ ਉੱਤੇ ਜਿਹੜੀ ਗੌਰਮੈਂਟ ਹੈ ਉਹ ਸਬਸਿਡੀ ਦਿੰਦੀ ਹੈ, ਤੇ ਗੰਦਮ ਦੀ ਜਿਹੜੀ ਮਨਜ਼ੂਰਸ਼ੁਦਾ ਕਿਸਮਾਂ ਨੇ ਕਿਆ ਇਹਦੇ ਉੱਤੇ ਵੀ ਕੋਈ ਸਬਸਿਡੀ ਦਿੱਤੀ ਜਾ ਰਹੀ ਹੈ? ਅਗਰ ਇਹ ਸਾਡੇ ਭਰਾ ਇਹਦੇ ਤੋਂ ਫਾਇਦਾ ਚੁੱਕਣਾ ਚਾਹਣ ਤੇ ਉਹ ਕੀ ਕਰਨ? ਇਹ ਜਿਹੜੀਆਂ ਜਦੀਦ ਤੇ ਤਸਦੀਕਸ਼ੁਦਾ ਬੀਜ ਔਰ ਅੱਛੀ ਪੈਦਾਵਾਰ ਦੇਣ ਵਾਲੀਆਂ ਤੇ ਕੁੰਗੀ ਤੋਂ ਪਾਕ ਜਿਹੜੀ ਵੈਰਾਈਟੀਆਂ ਨੇ, ਉਹਨਾਂ ਨੂੰ ਤਸਦੀਕ ਕਰਨ ਲਈ ਜਾਂ ਉਹਨਾਂ ਨੂੰ ਸਿਲੈਕਟ ਕਰਨ ਲਈ ਇੱਕ ਹਾਈ ਪਾਵਰ ਕਮੇਟੀ ਡਾਇਰੈਕਟਰ ਜਨਰਲ ਰਿਸਰਚ ਦੇ ਅੰਡਰ ਕਾਇਮ ਕੀਤੀ ਗਈ ਸੀ। ਉਹਨੇ ਇਹ ਵੈਰਾਈਟੀਆਂ ਜਿਹੜੀਆਂ ਰਸਟ ਤੋਂ ਪਾਕ ਨੇ ਉਹਨਾਂ ਦੀ ਸਿਲੈਕਸ਼ਨ ਕੀਤੀ ਔਰ ਉਹ 14 ਵੈਰਾਈਟੀਆਂ ਨੇ, ਜਿਹਦੇ 'ਚ ਮਰਕਜ਼ 19 ਆ, ਅਕਬਰ 19 ਆ, ਇਸ ਤੋਂ ਇਲਾਵਾ ਗੋਲਡਨ 19 ਆ, ਗੋਲਡ 19 ਆ ਔਰ ਇਸ ਤੋਂ ਇਲਾਵਾ ਜਿਹੜੀ ਹੈ ਫਖਰੇ ਬਖਰ ਹੈ, ਪਾਕਿਸਤਾਨ 13, ਬਰਾਨੀ 17 ਔਰ ਇਸ ਤਰ੍ਹਾਂ ਦੀ ਇਹ 14 ਵੈਰਾਈਟੀਆਂ ਨੇ ਜਿਹੜੇ ਤੇ ਕਾਸ਼ਤਕਾਰਾਂ ਨੂੰ ਅਸਾਂ ਸਬਸਿਡੀ ਦੇ ਰਹੇ ਹਾਂ। ਟੋਟਲ 7 ਕੰਪਨੀਆਂ ਨੇ ਜਿਹੜੀਆਂ ਆਪਣਾ ਤਸਦੀਕਸ਼ੁਦਾ ਔਰ ਜਿਹੜੇ ਤੇ ਕੋਡ ਲੱਗਾ ਇਹ ਸਬਸਿਡੀ ਵਾਲਾ ਵੀ ਡੀਲਰ ਦੇ ਜ਼ਰੀਏ ਕਾਸ਼ਤਕਾਰਾਂ ਨੂੰ ਦੇ ਰਹੀਆਂ ਨੇ ਔਰ ਹਰ ਕਾਸ਼ਤਕਾਰ ਨੂੰ ਇੱਕ ਬੈਗ ਤੇ 1200 ਰੁਪਏ ਉਸकी ਸਬਸਿਡੀ ਮਿਲੇਗੀ। ਉਹਨੂੰ ਇਹ 1200 ਰੁਪਏ ਮਿਲੇਗਾ, 2950 ਰੁਪਏ ਤੋਂ ਖਰੀਦੇਗਾ ਕਾਸ਼ਤਕਾਰ ਡੀਲਰ ਕੋਲੋਂ ਔਰ 1200 ਰੁਪਏ ਇਹਨੂੰ ਪ੍ਰੋਜੈਕਟ ਨੂੰ ਮਿਲੇਗਾ। ਔਰ ਉਹ ਸਕਰੈਚ ਕਾਰਡ ਜਿਹੜਾ ਹੈ ਉਹਦੇ ਲੱਗਾ ਹੋਏਗਾ। ਫਾਰਮਰ ਸਕਰੈਚ ਕਾਰਡ ਨੂੰ ਆਪਣਾ ਸ਼ਨਾਖਤੀ ਕਾਰਡ ਔਰ ਉਸ ਦੇ ਉੱਤੇ ਉਸ ਕੋਡ ਦਾ ਨੰਬਰ ਕਰਕੇ ਉਸ 'ਤੇ 80 70 'ਤੇ ਸੈਂਡ ਕਰਨਗੇ ਅਤੇ ਇਸ ਤਰ੍ਹਾਂ ਉਹਨਾਂ ਦੇ ਕੋਲ ਮੈਸੇਜ ਆ ਜਾਏਗਾ ਕਿ ਤੁਹਾਡੇ ਇਸ ਮੈਸੇਜ ਦੇ ਜ਼ਰੀਏ ਉਹਨਾਂ ਨੂੰ 1200 ਰੁਪਏ ਫੀ ਬੈਗ ਸਬਸਿਡੀ ਆਏਗੀ ਔਰ ਇੱਕ ਕਾਸ਼ਤਕਾਰ 5 ਬੋਰੀਆਂ ਤੱਕ ਲੈ ਸਕੇਗਾ। ਲਿਹਾਜ਼ਾ ਇੱਕ ਕਾਸ਼ਤਕਾਰ ਨੂੰ 6000 ਰੁਪਏ ਦੀ ਸਬਸਿਡੀ ਇਸ ਬੀਜ 'ਤੇ ਅਸੀਂ ਦੇ ਰਹੇ ਹਾਂ ਤਾਂ ਕਿ ਤਸਦੀਕਸ਼ੁਦਾ ਬੀਜ ਬਿਮਾਰੀਆਂ ਤੋਂ ਪਾਕ ਬੀਜ ਲੱਗੇ ਔਰ ਇਹ ਜਿਹੜਾ ਆਪਣੇ ਘਰਾਂ ਵਾਲਾ ਜਾਂ ਮਾੜਾ ਬੀਜ ਕਾਸ਼ਤਕਾਰ ਇਸਤੇਮਾਲ ਨਾ ਕਰਨ, ਕੁਆਲਿਟੀ ਵਾਲਾ ਬੀਜ ਇਸਤੇਮਾਲ ਕਰਨ। ਬੀਜ ਦੀ ਪ੍ਰਮੋਸ਼ਨ ਲਈ ਇਹ ਸਾਰੀ ਜੋ ਸਬਸਿਡੀ ਗਵਰਨਮੈਂਟ ਦੇ ਰਹੀ ਹੈ ਔਰ ਇਨਸ਼ਾਅੱਲਾ ਇਹਦੇ ਨਾਲ ਪਿਛਲੇ ਸਾਲ ਵੀ 4,32,000 ਬੈਗ ਦਿੱਤੇ ਸੀ, ਇਸ ਸਾਲ ਅਸੀਂ 3 ਲੱਖ ਬੈਗ ਕਾਸ਼ਤਕਾਰਾਂ ਨੂੰ ਰਿਆਇਤੀ ਕੀਮਤ 'ਤੇ ਦੇ ਰਹੇ ਹਾਂ। ਅੱਛਾ ਡਾਕਟਰ ਸਾਹਿਬ ਅਸੀਂ ਦੇਖਦੇ ਹਾਂ ਕਿ ਅਗਰ ਜ਼ਰਾਅਤ ਦੇ ਵਿੱਚ ਤਰੱਕੀ ਦੇਖੀ ਗਈ ਹੈ ਤੇ ਉਹ ਮਸ਼ੀਨਰੀ ਦੇ ਇਸਤੇਮਾਲ ਦੇ ਨਾਲ ਹੈ, ਤੇ ਮੌਜੂਦਾ ਹੁਕੂਮਤ ਜਿਹੜੀ ਹੈ ਖਾਸ ਤੌਰ 'ਤੇ ਤੁਹਾਡਾ ਜਿਹੜਾ ਸ਼ੁਬਾ ਹੈ ਇਹ ਜਿਹੜੀ ਮਸ਼ੀਨਰੀ ਫਰਾਹਮ ਕਰ ਰਿਹਾ ਕਾਸ਼ਤਕਾਰਾਂ ਨੂੰ, ਉਹ ਕਿਸ ਕਿਸਮ ਦੀ ਮਸ਼ੀਨਰੀ ਦਿੱਤੀ ਜਾ ਰਹੀ ਹੈ ਤੇ ਉਹਦੇ ਬਾਰੇ ਕਾਸ਼ਤਕਾਰਾਂ ਨੂੰ ਕਿਹੜੀ ਸਹੂਲਤਾਂ ਦਿੱਤੀ ਜਾ ਰਹੀਆਂ? ਜਦੀਦ ਮਸ਼ੀਨਰੀ ਦੇ ਡਿਲ ਦੇ ਇਸਤੇਮਾਲ ਨਾਲ ਗੰਦਮ ਦੀ ਫੀ ਏਕੜ ਪੈਦਾਵਾਰ ਇਜ਼ਾਫਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਅਸਾਂ
ਪਿਛਲੇ ਸਾਲ ਵੀ ਕਾਸ਼ਤਕਾਰਾਂ ਨੂੰ ਰਬੀ ਡਰਿਲ, ਜ਼ੀਰੋ ਟਿਲੇਜ ਡਰਿਲ, ਹੈਪੀ ਸੀਡਰ, ਇਸ ਤੋਂ ਇਲਾਵਾ ਅਸਾਂ ਕਾਸ਼ਤਕਾਰਾਂ ਨੂੰ ਡਰਾਈ ਸੋਇੰਗ ਡਰਿਲ, ਸਲੈਸ਼ਰ ਔਰ 72 ਸੋਇੰਗ ਡਰਿਲਾਂ ਅਸਾਂ ਕਾਸ਼ਤਕਾਰਾਂ ਨੂੰ ਰਿਆਇਤੀ ਕੀਮਤ 'ਤੇ ਦਿੱਤੀਆਂ ਨੇ ਔਰ 50% ਉਹਨਾਂ ਨੂੰ ਰਿਆਇਤੀ ਕੀਮਤ 'ਤੇ ਅਸਾਂ ਡਰਿਲਾਂ ਦਿੱਤੀਆਂ ਨੇ। ਔਰ ਇਸ ਦੇ ਨਾਲ 745 ਡਰਿਲਾਂ ਮਸ਼ੀਨਾਂ ਕਾਸ਼ਤਕਾਰਾਂ ਨੇ ਬੁੱਕ ਕਰਾਈਆਂ। ਉਹਨਾਂ 'ਚੋਂ ਉਹਨਾਂ ਨੂੰ ਪਰਿਸ਼ੇਮੈਂਟ ਇੰਸਪੈਕਸ਼ਨ ਵੀ ਹੋ ਚੁੱਕੀ ਹੈ ਔਰ ਉਹਨਾਂ ਨੂੰ ਡਿਲੀਵਰੀ ਜਾਰੀ ਹੈ। ਇਨਸ਼ਾਅੱਲਾ ਇਹਦੇ ਨਾਲ ਆਪਣੀ ਉਹਨਾਂ ਦੀ ਮਸ਼ੀਨੀ ਕਾਸ਼ਤ ਬਿਹਤਰ ਹੋਏਗੀ, ਡਰਿਲ ਦੀ ਕਾਸ਼ਤ ਬਿਹਤਰ ਹੋਏਗੀ, ਪੈਦਾਵਾਰ 'ਚ ਇਜ਼ਾਫਾ ਹੋਏਗਾ। ਇਸ ਤਰੀਕੇ ਨਾਲ ਮਸ਼ੀਨੀ ਕਾਸ਼ਤ ਦੇ ਜ਼ਰੀਏ ਕਣਕ ਨੂੰ ਅਸਾਂ ਬਰ ਵਕਤ ਕਾਸ਼ਤ, ਡਰਿਲ ਕਾਸ਼ਤ ਔਰ ਇਹਦੇ ਨਾਲ ਡਰਿਲ ਦੇ ਨਾਲ ਅਸਾਂ ਖਾਦ ਵੀ ਨਾਲ ਹੀ ਪੈ ਗਈ ਕਣਕ ਨੂੰ ਮੁਨਾਸਿਬ ਗਹਿਰਾਈ 'ਤੇ ਡਰਿਲ ਦੇ ਜ਼ਰੀਏ ਕਣਕ ਕਾਸ਼ਤ ਹੋਏਗੀ, ਵਕਤ ਨਾਲ ਕਾਸ਼ਤ ਹੋਏਗੀ ਔਰ ਖਾਦ ਜਿਹੜੀ ਹੈ ਉਹ ਵੀ ਬੀਜ ਦੇ ਨਾਲ ਡਰਿਲ ਹੋਏਗੀ ਅਤੇ ਇਹਦੇ ਨਾਲ ਇਨਸ਼ਾਅੱਲਾ ਉਹਦੀ ਉਗਾਓ ਬਿਹਤਰ ਹੋਏਗਾ, ਪੈਦਾਵਾਰ ਬਿਹਤਰ ਹੋਏਗੀ ਔਰ ਕਿਸਾਨ ਖੁਸ਼ਹਾਲ ਹੋਏਗਾ। ਅੱਛਾ ਡਾਕਟਰ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਇਸ ਕੌਮੀ ਮਨਸੂਬੇ ਦੇ ਤਹਿਤ ਜਿਸਲੇ ਗੰਦਮ ਦੇ ਵਿੱਚ ਇਜ਼ਾਫਾ ਹੋਏਗਾ, ਪੈਦਾਵਾਰ 'ਚ ਇਜ਼ਾਫਾ ਹੋਏਗਾ, ਤੇ ਇਹਦੇ ਸਾਡੀ ਮੁਈਸ਼ਤ ਦੇ ਉੱਤੇ ਕਿਸ ਤਰ੍ਹਾਂ ਦੇ ਅਸਰਾਤ ਆਉਣਗੇ ਤੇ ਸਾਡਾ ਜਿਹੜਾ ਕਿਸਾਨ ਹੈ ਉਹ ਕਿਸ ਤਰ੍ਹਾਂ ਖੁਸ਼ਹਾਲ ਨਜ਼ਰ ਆਏਗਾ? ਇਸ ਗੰਦਮ ਦੀ ਪੈਦਾਵਾਰ ਦੇ ਇਜ਼ਾਫੇ ਦੇ ਕੌਮੀ ਮਨਸੂਬੇ ਲਈ ਹਕੂਮਤ ਪੰਜਾਬ ਨੇ ਆਪਣਾ ਸ਼ੇਅਰ ਦਿੱਤਾ ਹੈ, ਵਫਾਕੀ ਹੁਕੂਮਤ ਦਾ ਵੀ ਸ਼ੇਅਰ ਹੈ ਔਰ ਮਹਿਕਮਾ ਜ਼ਰਾਅਤ ਦੀ ਸਾਰੀ ਮਸ਼ੀਨਰੀ, ਕਾਸ਼ਤਕਾਰਾਂ ਭਾਈ ਇਸ ਮਨਸੂਬੇ 'ਤੇ ਅਮਲ ਕਰ ਰਹੇ ਨੇ। ਕਾਸ਼ਤਕਾਰਾਂ ਨੂੰ ਅਸਾਂ ਰਿਆਇਤੀ ਕੀਮਤ 'ਤੇ ਤਸਦੀਕਸ਼ੁਦਾ ਬੀਜ ਦਿੱਤਾ ਗਿਆ ਹੈ। ਕਾਸ਼ਤਕਾਰਾਂ ਨੂੰ ਜੜੀ ਬੂਟੀ ਮਾਰ ਅਦਵਿਆਤ 'ਤੇ ਅਸਾਂ ਸਬਸਿਡੀ ਦੇ ਰਹੇ ਹਾਂ। ਕਾਸ਼ਤਕਾਰਾਂ ਨੂੰ ਅਸਾਂ ਜਦੀਦ ਮਸ਼ੀਨਰੀ ਸਬਸਿਡੀ 'ਤੇ ਦੇ ਰਹੇ ਹਾਂ ਔਰ ਇਸ ਤੋਂ ਇਲਾਵਾ ਕਾਸ਼ਤਕਾਰਾਂ ਨੂੰ ਅਸਾਂ ਨਮਾਇਸ਼ੀ ਪਲਾਟ ਲਗਾ ਰਹੇ ਹਾਂ, ਮੈਗਾ ਗੈਦਰਿੰਗ ਕਰ ਰਹੇ ਹਾਂ। ਪੈਦਾਵਾਰੀ ਮੁਕਾਬਲੇ ਲਈ ਇਹ ਸਾਰੀ ਚੀਜ਼ਾਂ ਜਦੋਂ ਅਸਾਂ ਕਾਸ਼ਤਕਾਰ ਕਰਨਗੇ ਉਹਨਾਂ 'ਤੇ ਅਮਲ ਹੋਏਗਾ ਔਰ ਯਕੀਨਨ ਇਹਦੇ ਨਾਲ ਫੀ ਏਕੜ ਪੈਦਾਵਾਰ ਇਜ਼ਾਫਾ ਹੋਏਗਾ। ਪਿਛਲੇ ਸਾਲ ਸਾਡੀ ਫੀ ਏਕੜ ਪੈਦਾਵਾਰ ਪਿਛਲੇ ਸਾਲ ਵੀ ਇਜ਼ਾਫਾ ਹੋਇਆ, ਉਸ ਤੋਂ ਸਾਬਕਾ ਸਾਲ ਨਾਲੋਂ 18-19 ਨਾਲੋਂ 19-20 ਸਾਡੀ ਫੀ ਏਕੜ ਪੈਦਾਵਾਰ ਬਿਹਤਰ ਆਈ ਹੈ। ਇਸ ਸਾਲ ਵੀ ਇਨਸ਼ਾਅੱਲਾ ਸਾਡੀ ਇਸ ਮਨਸੂਬੇ 'ਤੇ ਅਮਲ ਕਰਕੇ ਇਹਨਾਂ ਸਾਰੀ ਹਦਾਇਤ 'ਤੇ ਜਦੀਦ ਟੈਕਨੋਲੋਜੀ 'ਤੇ ਅਮਲ ਕਰਕੇ ਕਾਸ਼ਤਕਾਰਾਂ ਦੀ ਫੀ ਏਕੜ ਪੈਦਾਵਾਰ 'ਚ ਇਜ਼ਾਫਾ ਹੋਏਗਾ। ਸਾਡੇ ਮੁਲਕ ਦੇ ਵਿੱਚ, ਸਾਡੇ ਸੂਬੇ 'ਚ ਗੰਦਮ ਸਾਨੂੰ ਜਿਹੜੀ ਸਾਡੀ ਗਜ਼ਾਈ ਜ਼ਰੂਰੀਅਤ ਪੂਰੀ ਕਰਨ ਲਈ ਸਾਡੀ ਅਹਿਮ ਖੁਰਾਕ ਹੈ, ਅਹਿਮ ਫਸਲ ਹੈ। ਸਾਡੀ ਗਜ਼ਾਈ ਤਹਫਜ਼ ਹੋਏਗਾ, ਸਾਡੀ ਇਕਨੋਮਿਕ ਸਿਕਿਉਰਿਟੀ ਹੋਏਗੀ, ਮੁਈਸ਼ਤ ਬਿਹਤਰ ਹੋਏਗੀ, ਸੂਬਾਈ ਲੈਵਲ 'ਤੇ, ਮੁਲਕੀ ਲੈਵਲ 'ਤੇ ਸਾਡੀ ਮੁਈਸ਼ਤ ਬਿਹਤਰ ਹੋਏਗੀ। ਸਾਡੇ ਘਰ ਆਪਣੇ ਖਾਣ ਲਈ ਦਾਣੇ ਆਪਣੇ ਹੋਣਗੇ, ਸਾਡੀ ਪੈਦਾਵਾਰ ਵਧੇਗੀ ਔਰ ਕਿਸਾਨ ਵੀ ਖੁਸ਼ਹਾਲ ਹੋਏਗਾ। ਉਹਦੀ ਕਾਸਟ ਆਫ ਪ੍ਰੋਡਕਸ਼ਨ ਕਮ ਹੋਏਗੀ ਕਿਉਂਕਿ ਗਵਰਨਮੈਂਟ ਜਿਹੜੀ ਸਬਸਿਡੀ 'ਤੇ ਚੀਜ਼ਾਂ ਦੇ ਰਹੀ ਹੈ ਇਹ ਉਹਦੀ ਕਾਸ਼ਤਕਾਰ ਦੀ ਕਾਸਟ ਆਫ ਪ੍ਰੋਡਕਸ਼ਨ ਨਾਲ ਲਾਗਤ ਇਹ ਕਮੀ ਆਏਗੀ ਕਿਉਂਕਿ ਇਸ ਦਫਾ ਗਵਰਨਮੈਂਟ ਨੇ DAP 'ਤੇ ਵੀ 1000 ਰੁਪਏ ਸਬਸਿਡੀ ਕਰ ਦਿੱਤੀ ਹੈ। ਬਾਕੀ ਜੜੀ ਬੂਟੀ ਮਾਰ ਅਦਵਿਆਤ ਅਤੇ ਰੈਸਟੀਸਾਈਡ 'ਤੇ ਵੀ ਸਬਸਿਡੀ ਮਿਲ ਰਹੀ ਹੈ, ਮਸ਼ੀਨਰੀ 'ਤੇ ਵੀ ਮਿਲ ਰਹੀ ਹੈ ਔਰ ਗੰਦਮ ਦੀ ਗਵਰਨਮੈਂਟ ਨੇ ਫੀ ਮਣ ਰੇਟ ਵੀ ਪਿਛਲੇ ਸਾਲ ਨਾਲੋਂ ਵਧਾ ਦਿੱਤਾ ਹੈ। ਪਿਛਲੇ ਸਾਲ 1400 ਸੀ, ਐਤਕੀ 1650 ਰੁਪਏ ਕਰਤਾ ਹੈ। ਇਹਨਾਂ ਸਾਰੇ ਅਵਾਮਲ ਨਾਲ ਸਾਡੀ ਫੀ ਏਕੜ ਪੈਦਾਵਾਰ ਵਧੇਗੀ, ਖਰਚਾ ਘੱਟ ਹੋਏਗਾ, ਸਾਡੀ ਮੁਲਕ ਦੇ ਵਿੱਚ ਸਾਡੇ ਖੁਰਾਕ ਦਾ ਤਹਫਜ਼ ਹੋਏਗਾ, ਸਾਡੇ ਕਣਕ ਦੀ ਪੈਦਾਵਾਰ ਵਾਫਰ ਹੋਏਗੀ ਔਰ ਸਾਨੂੰ ਬਾਹਰੋਂ ਨਹੀਂ ਮੰਗਾਣੀ ਪੈਗੀ। ਸਾਡਾ ਕਿਸਾਨ ਵੀ ਖੁਸ਼ਹਾਲ ਹੋਏਗਾ, ਸੂਬਾ ਵੀ ਖੁਸ਼ਹਾਲ ਹੋਏਗਾ, ਮੁਲਕ ਵੀ ਖੁਸ਼ਹਾਲ ਹੋਏਗਾ ਅਤੇ ਔਰ ਇਨਸ਼ਾਅੱਲਾ ਇਹਦੇ ਨਾਲ ਸਾਡੇ ਜਿਹੜੀ ਹੈ ਮੁਲਕ ਦੀ ਜਿਹੜੀ ਹੈ ਸੂਰਤ ਹਾਲ ਬਿਹਤਰ ਹੋਏਗੀ। ਡਾਕਟਰ ਸਾਹਿਬ, ਇਸ ਵੇਲੇ ਜਿਤਨੇ ਵੀ ਸਾਡੇ ਜ਼ਿਮੀਂਦਾਰ ਤੇ ਕਾਸ਼ਤਕਾਰ ਭਰਾ ਜਿਹੜੇ ਫਸਲਾਂ ਬੀਜਦੇ ਨੇ ਗੰਦਮ ਦੀਆਂ ਤੇ ਜ਼ਿਆਦਾ ਪੈਦਾਵਾਰ ਲੈਣ ਵਾਸਤੇ ਤੁਸੀਂ ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋਗੇ? ਕਾਸ਼ਤਕਾਰ ਭਾਈਆਂ ਲਈ ਮੇਰਾ ਇਹ ਪੈਗਾਮ ਹੈ, ਮੇਰੀ ਇਹ ਗੁਜ਼ਾਰਿਸ਼ ਹੈ ਕਿ ਮਹਿਕਮਾ ਜ਼ਰਾਅਤ ਦੀ ਜਦੀਦ ਸਿਫਾਰਸ਼ਾਤ 'ਤੇ ਅਮਲ ਕਰਦੇ ਹੋਏ ਆਪਣੀ ਫਸਲ ਨੂੰ ਇੱਕ ਤਾਂ ਬਰ ਵਕਤ ਕਾਸ਼ ਕਰਨ। ਜਿਹੜੀ ਫਸਲ ਦੇ ਵੱਢ ਨੇ ਉਹਨਾਂ ਨੂੰ ਮੁੰਜੀ ਕੱਟਣ ਤੋਂ ਬਾਅਦ, ਮਕਈ ਕੱਟਣ ਤੋਂ ਬਾਅਦ, ਕਮਾਦ ਕੱਟਣ ਤੋਂ ਬਾਅਦ ਜ਼ਮੀਨ ਦੀ ਅੱਛੀ ਤਰ੍ਹਾਂ ਤਿਆਰੀ ਕਰਕੇ 15 ਨਵੰਬਰ ਤੋਂ ਲੱਗ ਕੇ 20 ਨਵੰਬਰ ਤੱਕ ਆਪਣੀ ਫਸਲ ਕਾਸ਼ ਕਰ ਲੈਣ। ਬਰ ਵਕਤ ਫਸਲ ਕਾਸ਼ ਕਰਨਗੇ, ਕਣਕ ਕਾਸ਼ ਕਰਨਗੇ, ਇਹਦੇ ਨਾਲ ਉਹਦੀ ਟਿਲਰਿੰਗ ਬਿਹਤਰ ਹੋਏਗੀ, ਉਹਦਾ ਝਾੜ ਬਿਹਤਰ ਹੋਏਗਾ, ਫਸਲ ਦਾ ਕੱਦ ਬਿਹਤਰ ਹੋਏਗਾ ਔਰ ਉਹਦੇ 'ਚ ਪੈਦਾਵਾਰ ਫੀ ਏਕੜ ਬਿਹਤਰ ਹੋਏਗੀ। ਇਸ ਤਰ੍ਹਾਂ ਪਹਿਲੀ ਗੁਜ਼ਾਰਿਸ਼ ਇਹ ਹੈ ਕਿ ਆਪਣੀ ਜ਼ਮੀਨ ਦੀ ਅੱਛੀ ਤਰ੍ਹਾਂ ਤਿਆਰੀ ਕਰਕੇ ਬਰ ਵਕਤ ਕਾਸ਼ ਕਰਨ। ਦੂਸਰੇ ਨੰਬਰ 'ਤੇ ਤਸਦੀਕਸ਼ੁਦਾ ਅਤੇ ਬਿਮਾਰੀਆਂ ਤੋਂ ਬੀਜ ਜਿਹੜਾ ਪਾਕ ਹੈ, ਜਿਹੜੀਆਂ 14 ਵੈਰਾਈਟੀਆਂ ਅਸਾਂ ਦੱਸੀਆਂ ਨੇ, ਸਬਸਿਡੀ ਵਾਲੀਆਂ ਨੇ ਜਾਂ ਬਗੈਰ ਸਬਸਿਡੀ ਤੋਂ ਨੇ, ਅੱਛਾ ਬਿਮਾਰੀਆਂ ਤੋਂ ਪਾਕ ਸਾਫ ਸੁਥਰਾ ਬੀਜ ਕਾਸ਼ ਕਰਨ ਔਰ ਬੀਜ ਨੂੰ ਫੰਜੇਸਾਈਡ
ਜ਼ਰੂਰ ਲਾ ਕੇ ਕਾਸ਼ ਕਰਨ। ਟੌਪਸਨ ਐਮ ਨਾਲ ਉਹਨੂੰ 2 ਗ੍ਰਾਮ ਫੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ 50 ਕਿਲੋਗ੍ਰਾਮ ਬੀਜ ਉਹਨਾਂ ਨੇ 1 ਕਿੱਲੇ 'ਚ ਪਾਉਣਾ। ਉਹਦੇ ਲਈ 100 ਗ੍ਰਾਮ ਦਵਾਈ ਟੌਪਸਨ ਐਮ ਲਾ ਕੇ ਉਸ ਬੀਜ ਨੂੰ 24 ਘੰਟੇ ਲਈ ਰੱਖ ਦੇਣ ਅਤੇ ਫਿਰ ਉਹਨੂੰ ਡਰਿਲ ਕਾਸ਼ ਕਰਨ। ਔਰ ਇਹਦੇ ਲਈ ਮੇਰੀ ਗੁਜ਼ਾਰਿਸ਼ ਇਹ ਹੈ ਕਿ ਛੱਟਾ ਕਰਨ ਦੀ ਬਜਾਏ ਕਾਸ਼ਤਕਾਰ ਆਪਣੀ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਉਹਨੂੰ ਡਰਿਲ ਨਾਲ ਕਾਸ਼ ਕਰਨ। ਔਰ ਇਹਦੇ ਨਾਲ ਬੀਜ ਦੇ ਨਾਲ ਖਾਦ ਵੀ ਨਾਲ ਉਹ ਪੈਗੀ, ਉਹਦੀ ਜੜ੍ਹਾਂ ਦੇ ਕਰੀਬ ਖਾਦ ਆਏਗੀ। ਇਸ ਤਰੀਕੇ ਨਾਲ ਫਸਲ ਦੀ ਨਸ਼ੋ ਨੁਮਾ ਬਿਹਤਰ ਹੋਏਗੀ। ਇਹ ਗੁਜ਼ਾਰਿਸ਼ ਇਹ ਹੈ ਕਿ ਇਹ ਆਪਣੀ ਫਸਲ ਨੂੰ ਡਰਿਲ ਨਾਲ ਕਾਸ਼ ਕਰਨ, ਜ਼ਮੀਨ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਔਰ ਉਸ ਤੋਂ ਬਾਅਦ ਡਰਿਲ ਕਰਨ। ਅਗਰ ਵੱਢ ਇਹਦੇ 'ਚ ਮਜਬੂਰੀ ਹੈ, ਟਾਈਮ ਥੋੜ੍ਹਾ ਹੈ, ਅਤੇ 0 ਟਿਲੇਜ ਡਰਿਲ ਨਾਲ ਮੁੰਜੀ ਦੇ ਵਾਢੇ 'ਚ ਕਣਕ ਨੂੰ ਕਾਸ਼ ਕਰਨ। ਔਰ 0 ਟਿਲੇਜ ਡਰਿਲ ਜਾਂ ਹੈਪੀ ਸੀਡਰ ਜਿਹੜਾ ਹੈ ਉਹ ਆਪਣੇ ਉਹਨਾਂ ਨੂੰ ਪਿੰਡਾਂ 'ਚ ਉਹਨਾਂ ਦਾ ਆਪਣਾ ਵੀ ਹੈ, ਆਪਣਾ ਨਹੀਂ ਹੈ ਤਾਂ ਨਾਲ ਵਾਲੇ ਕਾਸ਼ਤਕਾਰਾਂ ਨੂੰ ਉਸ ਪਿੰਡ 'ਚ ਕਿਰਾਏ 'ਤੇ ਚੀਜ਼ਾਂ ਮਿਲ ਜਾਂਦੀਆਂ ਨੇ। ਕਾਸ਼ਤਕਾਰਾਂ ਨੂੰ ਗੁਜ਼ਾਰਿਸ਼ ਇਹ ਹੈ ਕਿ ਛੱਟਾ ਕਰਨ ਦੀ ਬਜਾਏ ਉਹਨੂੰ ਡਰਿਲ ਨਾਲ ਕਾਸ਼ ਕਰਨ ਤਾਂ ਕਿ ਮੁਨਾਸਿਬ ਗਹਿਰਾਈ 'ਤੇ ਬੀਜ ਜਾਵੇ, ਖਾਦ ਵੀ ਨਾਲ ਮਿਲੇ ਅਤੇ ਬਿਹਤਰ ਉਗਾਓ ਹੋਵੇ। ਇਸ ਤੋਂ ਬਾਅਦ ਕਾਸ਼ਤਕਾਰਾਂ ਨੂੰ ਮੇਰੀ ਅਗਲੀ ਗੁਜ਼ਾਰਿਸ਼ ਇਹ ਹੈ ਕਿ ਉਹ ਜ਼ਮੀਨ ਨੂੰ ਅੱਛੀ ਤਰ੍ਹਾਂ ਤਿਆਰ ਕਰਕੇ ਮੁਤਨਾਸਿਬ ਖਾਦਾਂ ਪਾਉਣ। ਅਸਾਂ ਸਿਰਫ ਨਾਈਟ੍ਰੋਜਨ ਖਾਦ ਪਾਉਂਦੇ ਹਾਂ ਜਾਂ ਥੋੜ੍ਹੀ ਜਿਹੀ DAP ਪਾਉਂਦੇ ਹਾਂ, ਜਾਂ ਇਹਦੇ ਵਾਸਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਖਾਦਾਂ ਦਾ ਮੁਤਨਾਸਿਬ ਇਸਤੇਮਾਲ ਨਾਲ ਹੀ ਪੈਦਾਵਾਰ ਵੱਧਦੀ ਹੈ। ਫਾਸਫੋਰਸ ਦਾ ਕੰਮ ਇਹ ਹੈ ਉਹਦੀ ਜੜ੍ਹਾਂ ਮਜ਼ਬੂਤ ਕਰਦੀ ਹੈ, ਦਾਣਾ ਮੋਟਾ ਬਣਾਉਂਦੀ ਹੈ। ਪੋਟਾਸ਼ ਦਾ ਇਹ ਕੰਮ ਹੈ ਕਿ ਪੋਟਾਸ਼ ਫਸਲ ਦੀ ਮਜ਼ਬੂਤੀ ਕਰਦੀ ਹੈ ਔਰ ਉਹਨੂੰ ਬਿਮਾਰੀਆਂ ਦੇ ਖਿਲਾਫ ਕੂਵਤ ਮੁਦਾਫਤ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਖੁਸ਼ਕੀ ਅਤੇ ਗਰਮੀ ਦੇ ਅਸਰਾਤ ਨੂੰ ਵੀ ਉਹ ਬਰਦਾਸ਼ਤ ਕਰਨ ਦੇ ਵਿੱਚ ਕੂਵਤ ਮੁਦਾਫਤ ਪੈਦਾ ਕਰਦੀ ਹੈ। ਲਿਹਾਜ਼ਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਮੁਤਨਾਸਬ ਇਸਤੇਮਾਲ ਕਰਨ ਔਰ ਆਪਣੀ ਜ਼ਮੀਨ ਦਾ ਤਜਜ਼ੀਆ ਕਰਾ ਕੇ ਉਹਦੀ ਫਸਲ ਦੇ ਵਿੱਚ ਖਾਦ ਦੀ ਜ਼ਰੂਰੀਅਤ ਦੇ ਮੁਤਾਬਿਕ ਉਹਦੇ 'ਚ ਮੁਤਨਾਸਿਬ ਖਾਦਾਂ ਦਾ ਇਸਤੇਮਾਲ ਕਰਨ। ਇਲਾਵਾ ਉਹਦੇ 'ਚ ਜ਼ਿੰਕ ਅਤੇ ਬੋਰਾਨ ਦੀ ਕਮੀ ਵੀ ਅਕਸਰ ਸਾਡੇ ਖੇਤਾਂ 'ਚ ਨਜ਼ਰ ਆਈ ਹੈ। ਕਾਸ਼ਤਕਾਰਾਂ ਨੂੰ ਗੁਜ਼ਾਰਿਸ਼ ਇਹ ਹੈ ਕਿ ਜ਼ਿੰਕ ਅਤੇ ਬੋਰਾਨ ਵੀ ਬਿਜਾਈ ਦੇ ਵਕਤ ਆਪਣੀ ਜ਼ਮੀਨਾਂ ਦੇ ਵਿੱਚ ਪਾਉਣਗੇ ਅਤੇ ਇਸ ਤਰੀਕੇ ਨਾਲ ਉਹਨਾਂ ਦੀ ਫਸਲ ਦੀ ਨਸ਼ੋ ਨਮਾ ਔਰ ਉਹਦੇ ਸਿੱਟਾ ਬਿਹਤਰ ਹੋਏਗਾ, ਦਾਣਾ ਮੋਟਾ ਹੋਏਗਾ, ਪੈਦਾਵਾਰ ਜ਼ਿਆਦਾ ਹੋਏਗੀ। ਇਸ ਤੋਂ ਅਗਲੀ ਗੁਜ਼ਾਰਿਸ਼ ਹੈ ਕਾਸ਼ਤਕਾਰਾਂ ਨੂੰ ਕਿ ਉਹ ਆਪਣੀ ਫਸਲ ਨੂੰ ਪਹਿਲਾ ਪਾਣੀ ਸਹੀ ਵਕਤ ਸਿਰ ਲਾਉਣ। ਜਿਹੜੀ ਜ਼ਮੀਨ ਵਰਿਆਲ ਹੈ ਜਾਂ ਮਕਈ ਜਾਂ ਕਮਾਦ ਦੇ ਵੱਢ ਵਾਲੀ ਹੈ, ਵਕਤ ਸਿਰ ਕਾਸ਼ ਕੀਤੀ ਗਈ ਹੈ, ਉਹਨੂੰ 25 ਤੋਂ 30 ਦਿਨ ਬਾਅਦ ਉਗਾਓ ਤੋਂ ਬਾਅਦ ਪਹਿਲਾਂ ਪਾਣੀ ਲਾਉਣ। ਅਤੇ ਜਿਹੜੀ ਫਸਲ ਮੁੰਜੀ ਦੇ ਵਾਢੇ ਕਾਸ਼ ਕੀਤੀ ਗਈ ਹੈ ਉਹਨੂੰ 35 ਤੋਂ 40 ਦਿਨਾਂ ਬਾਅਦ ਪਹਿਲਾਂ ਪਾਣੀ ਲਾਉਣ। ਪਹਿਲਾਂ ਪਾਣੀ ਦੀ ਬਹੁਤ ਬੜੀ ਅਹਿਮੀਅਤ ਹੈ ਕਿਉਂਕਿ ਇਹਦੇ ਨਾਲ ਉਦੋਂ ਉਹਦੀ ਕਰਾਊਨ ਰੂਟਸ ਜਾਂ ਜੜ੍ਹਾਂ ਬਣ ਰਹੀਆਂ ਹੁੰਦੀਆਂ ਨੇ, ਉਹਦੇ ਝਾੜ ਵੱਜ ਰਿਹਾ ਹੁੰਦਾ ਅਤੇ ਲਿਹਾਜ਼ਾ ਕਾਸ਼ਤਕਾਰਾਂ ਨੂੰ ਗੁਜ਼ਾਰਿਸ਼ ਇਹ ਹੈ ਕਿ ਇਸ ਵਕਤ ਪਹਿਲਾ ਪਾਣੀ ਵਕਤ ਸਿਰ ਲਾਉਣ, ਮਿਸ ਨਾ ਕਰਨ ਤਾਂ ਕਿ ਉਹਨਾਂ ਦੀ ਫਸਲਾਂ ਦਾ ਬਿਹਤਰ ਉਹਦਾ ਝਾੜ ਬਣੇ, ਬਿਹਤਰ ਉਹਦੇ ਬੂਟੇ ਬਣਨ, ਬਿਹਤਰ ਉਹਦੀ ਟਿਲਿੰਗ ਹੋਵੇ। ਅਤੇ ਦੂਸਰਾ ਪਾਣੀ ਪਹਿਲੇ ਪਾਣੀ ਤੋਂ 1 ਮਹੀਨਾ ਬਾਅਦ ਲਾ ਦੇਣ, ਤੀਸਰਾ ਪਾਣੀ ਫਿਰ ਉਹਨਾਂ ਨੂੰ 80 ਤੋਂ 90 ਦਿਨਾਂ ਬਾਅਦ ਲਾਉਣ। ਅਤੇ ਇਸ ਤਰੀਕੇ ਨਾਲ ਅਗਰ ਮੌਸਮ ਖੁਸ਼ਕ ਹੈ ਅਤੇ ਇੱਕ ਪਾਣੀ ਹੋਰ ਵੀ ਇਹਨਾਂ ਦੇ ਦਰਮਿਆਨ ਲੱਗ ਸਕਦਾ। ਲਿਹਾਜ਼ਾ ਪਾਣੀ ਬਰ ਵਕਤ ਲਾਉਣ ਨਾਲ ਵੀ ਸਾਡਾ ਦਾਣਾ ਸਹੀ ਆਏਗਾ, ਫਸਲ ਦਾ ਮਜ਼ਬੂਤ ਹੋਏਗੀ ਔਰ ਪੈਦਾਵਾਰ ਬਿਹਤਰ ਆਏਗੀ। ਇਸ ਤੋਂ ਇਲਾਵਾ ਮੇਰੀ ਗੁਜ਼ਾਰਿਸ਼ ਹੈ ਕਾਸ਼ਤਕਾਰ ਭਾਈਆਂ ਨੂੰ ਕਿ ਸਾਡੇ ਖੇਤਾਂ ਦੇ ਵਿੱਚ ਜੜੀ ਬੂਟੀਆਂ ਅਕਸਰ ਪਾਈਆਂ ਜਾਂਦੀਆਂ ਨੇ ਔਰ ਜੜੀ ਬੂਟੀ ਜਿਹੜੀ ਹੈ 14 ਤੋਂ 42% ਪੈਦਾਵਾਰ ਕਮੀ ਦਾ ਬਾਇਸ ਬਣਦੀ ਹੈ। ਅਤੇ ਇਸ ਲਿਹਾਜ਼ਾ ਜ਼ਰੂਰੀ ਹੈ ਕਾਸ਼ਤਕਾਰਾਂ ਨੂੰ ਕਿ ਆਪਣੇ ਖੇਤਾਂ 'ਚ ਮਹਿਕਮਾ ਜ਼ਰਾਅਤ ਤਹਿਸੀਲ ਦੇ ਅਮਲੇ ਕੋਲ ਚੈੱਕ ਕਰਾਉਣ ਕਿ ਇਹ ਚੌੜੇ ਬੂਟੇ ਵਾਲੀ ਚੌੜੇ ਪੱਤੇ ਵਾਲੀ ਜੜੀ ਬੂਟੀਆਂ ਨੇ ਜਾਂ ਸੌੜੇ ਵਾਲੀਆਂ ਨੇ, ਦੁੰਬੀ ਸਿੱਟੀ ਹੈ, ਜੰਗਲੀ ਜਈ ਹੈ ਜਾਂ ਕੋਈ ਪਾਲਕ ਜਾਂ ਬਾਥੂ ਹੈ, ਉਸ ਤਰ੍ਹਾਂ ਦੀ ਜੜੀ ਬੂਟੀਆਂ ਦੇ ਮੁਤਾਬਿਕ ਜੜੀ ਬੂਟੀ ਮਾਰ ਅਦਵਿਆਤ ਮਾਰਕੀਟ 'ਚੋਂ ਲੈ ਕੇ ਅਸਲ ਸਬਸਿਡੀ 'ਤੇ ਵੀ ਦੇ ਰਹੇ ਹਾਂ ਕਾਸ਼ਤਕਾਰਾਂ ਨੂੰ। ਉਹ ਸਬਸਿਡੀ ਵਾਲੀ ਜੜੀ ਬੂਟੀ ਮਾਰ ਅਦਵਿਆਤ ਲੈ ਕੇ ਅਤੇ ਆਪਣੇ ਖੇਤਾਂ ਦੇ ਉੱਤੇ ਜੜੀ ਬੂਟੀ ਮਾਰ ਅਦਵਿਆਤ ਪਹਿਲੇ ਪਾਣੀ ਤੋਂ ਬਾਅਦ ਤਰ-ਵੱਤਰ ਹਾਲਤ 'ਤੇ ਸਪਰੇਅ ਕਰਨ। ਇਸ ਤਰੀਕੇ ਨਾਲ ਜੜੀ ਬੂਟੀਆਂ ਦਾ ਖਾਤਮਾ ਹੋਏਗਾ ਔਰ ਪੈਦਾਵਾਰ ਵਿੱਚ ਇਨਸ਼ਾਅੱਲਾ ਇਜ਼ਾਫਾ ਹੋਏਗਾ। ਗੰਦਮ ਦੀ ਫਸਲ ਨੂੰ ਬਿਮਾਰੀ ਤੋਂ ਮਹਿਫੂਜ਼ ਕਰਨ ਲਈ ਆਪਣੀ ਫਸਲ ਦਾ ਬਾਕਾਇਦਾ ਮੁਆਇਨਾ ਕਰਾਉਣ ਔਰ ਉਸ 'ਤੇ ਮਹਿਕਮਾ ਜ਼ਰਾਅਤ ਤਹਿਸੀਲ ਦੇ ਅਮਲੇ ਤੋਂ ਮਸ਼ਵਰਾ ਲੈ ਕੇ ਜਿਹੜੀਆਂ ਰੈਸਟੀਸਾਈਡ ਉੱਥੇ ਇਸਤੇਮਾਲ ਹੁੰਦੀਆਂ ਉਹਨਾਂ ਨੂੰ ਬਰ ਵਕਤ ਸਪਰੇਅ ਕਰਨ। ਇਸ ਤੋਂ ਇਲਾਵਾ ਤੇਲੇ ਦਾ ਹਮਲਾ ਵੀ ਹੁੰਦਾ, ਜਿਹੜਾ ਏਫਡ ਹੈ ਸੁਸ ਤੇਲਾ ਉਸ 'ਤੇ ਹਮਲਾ ਕਰਦਾ। ਲਿਹਾਜ਼ਾ ਕਾਸ਼ਤਕਾਰ ਭਾਈਆਂ ਨੂੰ ਚਾਹੀਦਾ ਕਿ ਫਸਲ ਦੀ ਬਿਜਾਈ ਦੇ ਟਾਈਮ ਅਗਰ ਖੇਤ ਦੇ ਵਿੱਚ ਜਾਂ ਸਾਈਡਾਂ 'ਤੇ ਇੱਕ ਲਾਈਨ ਰਾਇਆ ਤੋਰੀਏ ਦੀ ਬੀਜ ਦੇਣ ਅਤੇ ਇਸ ਨਾਲ ਵੀ ਸਾਡਾ ਜਿਹੜੇ ਹੈ ਉਹ ਦੋਸਤ ਕੀੜੇ ਉਸ ਰਾਇਆ ਤੋਰੀਏ 'ਤੇ ਆਉਣਗੇ ਔਰ ਇਸ ਤਰੀਕੇ ਨਾਲ ਉਹ ਜਿਹੜੇ ਹੈ ਉਹਨਾਂ ਨੂੰ ਕੰਟਰੋਲ ਹੋ ਜਾਏਗਾ ਬਿਹਤਰ ਅੰਦਾਜ਼ ਨਾਲ ਜਿਹੜਾ ਸੁਸ ਤੇਲੇ ਦਾ
ਔਰ ਉਹਦੀ ਪੈਦਾਵਾਰ ਉਸ ਦੇ ਹਮਲੇ ਤੋਂ ਕਣਕ ਬਚ ਜਾਏਗੀ ਔਰ ਇਸ ਤਰ੍ਹਾਂ ਦੀ ਬਿਹਤਰ ਪੈਦਾਵਾਰ ਆਏਗੀ। ਇਹ ਜਿਤਨੀਆਂ ਸਿਫਾਰਸ਼ਾਤ ਜਾਂ ਗੁਜ਼ਾਰਿਸ਼ਾਤ ਕੀਤੀਆਂ ਗਈਆਂ ਨੇ, ਮੇਰੇ ਕਾਸ਼ਤਕਾਰ ਭਾਈਆਂ ਨੂੰ ਗੁਜ਼ਾਰਿਸ਼ ਹੈ ਕਿ ਗੰਦਮ ਦੇ बर वक्त बिजाई, बेहतर तस्दीक शुदा बीमारियों तो पाक और ज़्यादा पैदावार वाला बी काश करन, वक्त सिर ते ड्रिल नाल फसल नूं काश करन, जड़ी बूटी मार अद्वियात दा बर वक्त तदारा करन, वक्त सिर पानी लाण, मुतनासिब खादां दा इस्तेमाल करन और इस तरीके नाल अपनी फसल नूं बीमारियां ते कीड़ियां नूं बचा के बेहतर पैदावार लैणगे ते इंशाअल्लाह काशकार दी आमदनी 'च इजाफा होएगा, साडे सूबे दी आमदनी 'च इजाफा होएगा, साड़ी पैदावार इजाफा होएगा, असां खुशहाल होवांगे, साड़ी गज़ाई तहफ़्फ़ुज़ घर दी गज़ा खुराक सानू मुयसर आएगी, कणक वाफर मिकदार होएगी, बाहरों नहीं मंगना पेगा और साडे मुल्क दी इस्तेहकाम वास्ते भी बहुत ज़रूरी है कि बाहरों असां कणक ना मंगाई, अपने मुल्क दे विचों ज़्यादा ज़्यादा पैदा करिए और जितनी ज़्यादा पैदावार फी एकड़ आएगी इहदे नाल उहदी खर्चा कम होएगा, फी एकड़ लागत घट जाएगी तो मुनाफा वधेगा। लिहाजा मेरी काश्तकार भाइयों नूं गुजारिश है कि महकमा ज़राअत तुसीं दी सिफारिशात ते अमल करदे होए गंदम दे पैदावारी मनसूबे च हुकूमत की तरफों जिहड़ी सहूलियात दित्तियां गईयां ने, रियायतां दित्तियां गईयां ने, इन्हां नूं इस्तेमाल करके अपनी फी एकड़ पैदावार वधाउण, अपनी आमदनी 'च इजाफा करन, सूबे ते मुल्क की खुशहाली लई अपना किरदार अदा करन और अल्लाह उन्हां दा हामी व नासिर होवे। आओ अज मिल के असी सारे अहद करिए कि हुकूमत ने जिहड़ा कौमी प्रोग्राम के तहत 300 अरब रुपए मुख्तस किए ने, ਇਹਦਾ ਅਸੀਂ फ़ायदा ਚੁੱਕੀਏ ਤੇ ਆਪਣੇ ਮੁਲਕ ਨੂੰ ਖੁਸ਼ਹਾਲ ਬਣਾਈਏ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਬੇਲੀ।